Bacha, we will start from question number 31 today. So in this question, sanu quick ratio given that is 1 is to 1, and we are supposed to state with reason that whether because of the following transactions our ratio will increase, decrease or not change, right? So bete first of all quick ratio given sanu. So quick ratio the formula ਕੀ ਹੁੰਦਾ ਵਾ? Quick assets over current liabilities, and ratio given 1 over 1. So we are assuming 1 lakh over 1 lakh कि 1 lakh दी ही quick assets and 1 lakh दियां ही current liabilities ने. So let us read the first transaction. Included in trade payables was bills payable of 3000 which was met on maturity. अगर एक bills payable maturity ਨੂੰ meet हो गया means pay कराता गया, so this will lead to decrease in bills payable decrease हो रहा means current liability decrease हो रही है, and ਅਸੀਂ cash ਚ pay ਕੀਤਾ ਹੋਊਗਾ bills payable, right? So cash ਵੀ decrease ਹੋ ਰਿਹਾ, and cash is the part of quick assets, so ਸਾਡੇ quick assets ਵੀ decrease ਕਰ ਗਏ. So ਬੇਟੇ same value ਨਾਲ current liabilities and quick assets decrease ਕਰ ਰਹੇ ਆ, that is 3000. So ਸਾਡੇ quick assets 97000 ਤੇ ਹੋ ਜਾਣਗੇ and current liabilities ਵੀ, तो रेशो ਤੇ ਤਾਂ ਕੋਈ ਇੰਪੈਕਟ ਪੈਣਾ ਹੀ ਨਹੀਂ, ਰੇਸ਼ੋ 1:1 ਹੀ ਹੋਗੀ, ਰਾਈਟ? ਸੋ ਰੇਸ਼ੋ ਜੋ ਆ ਉਹ ਚੇਂਜ ਨਹੀਂ ਹੋਊਗੀ ਇਸ ਕੇਸ 'ਚ. ਨੈਕਸਟ ਬੇਟੇ ਡੀ ਪਾਰਟ ਨੂੰ ਸਟਾਰ ਮਾਰਕ ਕਰੋ. debentures of 50,000 were converted into equity shares. So first of all ਬੇਟੇ debentures ਜੋ ਆ ਉਹ on redemption equity shares 'ਚ convert ਹੁੰਦੇ ਆ, right? ਸੋ ਜਦੋਂ ਆਪਾਂ ਡਿਬੈਂਚਰਸ ਨੂੰ ਰਿਡੀਮ ਕਰਾਣੇ ਆ ਤਾਂ ਵੀ ਹੈਵ ਟੂ ਆਪਸ਼ਨਸ, ਜਾਂ ਤਾਂ ਆਪਾਂ ਉਹਨਾਂ ਨੂੰ ਇਕੁਇਟੀ ਸ਼ੇਅਰਸ 'ਚ ਕਨਵਰਟ ਕਰਾ ਸਕਦੇ ਹਾਂ ਅਗਰ ਕਨਵਰਟੇਬਲ ਡਿਬੈਂਚਰਸ ਨੇ, ਜਾਂ ਫਿਰ ਉਹਦੇ ਬਦਲੇ 'ਚ ਅਸੀਂ ਪੇਮੈਂਟ ਕਰ ਦਾਂਗੇ, ਰਾਈਟ? ਰਿਡੀਮ ਕਰ ਦਾਂਗੇ, ਰੀਪੇ ਕਰ ਦਾਂਗੇ ਜੋ ਵੀ ਅਮਾਊਂਟ ਆ. ਸੋ ਹੁਣ ਡਿਬੈਂਚਰਸ ਇਕੁਇਟੀ ਸ਼ੇਅਰਸ 'ਚ ਕਨਵਰਟ ਹੋ ਰਹੇ ਆ ਤਾਂ ਇੱਕ ਪੁਆਇੰਟ ਤੁਸੀਂ ਇਹ ਯਾਦ ਰੱਖਣਾ ਵਾ ਕਿ ਜਦੋਂ ਡਿਬੈਂਚਰਸ ਰਿਡੀਮ ਕਰਾਉਣੇ ਹੁੰਦੇ ਆ ਜਿਸ ਈਅਰ, ਉਸ ਈਅਰ ਦੇ ਡਿਬੈਂਚਰਸ ਆਰ ਟ੍ਰੀਟਡ ਐਜ਼ ਕਰੰਟ ਲਾਇਬਿਲਿਟੀ, ਰਾਈਟ? ਸੋ ਹੁਣ ਜਦੋਂ ਡਿਬੈਂਚਰਸ ਰਿਡੀਮ ਕਰਾ ਰਹੇ ਹਾਂ ਅਸੀਂ, ਜਾਂ ਫਿਰ ਚਲੋ ਇੱਥੇ ਰੀਪੇ ਮਤਲਬ ਕੈਸ਼ 'ਚ ਨਹੀਂ ਕਰਾਏ ਬਟ ਸ਼ੇਅਰਸ 'ਚ ਕਨਵਰਟ ਕਰਾਤੇ ਡਿਬੈਂਚਰਸ, ਸੋ ਫਿਰ ਵੀ ਡਿਬੈਂਚਰਸ ਤਾਂ ਸਾਡੀ ਲਾਇਬਿਲਿਟੀ ਤਾਂ ਡਿਕਰੀਜ਼ ਹੋ ਗਈ ਨਾ, ਐਂਡ ਜਿਸ ਈਅਰ ਰਿਡੀਮ ਕਰਾ ਰਹੇ ਸੀ ਉਸ ਸਾਲ ਡਿਬੈਂਚਰਸ ਕਰੰਟ ਲਾਇਬਿਲਿਟੀ ਸੀ, ਸੋ ਦਿਸ ਵਿਲ ਲੀਡ ਟੂ ਡਿਕਰੀਜ਼ ਇਨ ਦ ਕਰੰਟ ਲਾਇਬਿਲਿਟੀ, ਐਂਡ ਇਕੁਇਟੀ ਸ਼ੇਅਰਸ 'ਚ ਕਨਵਰਟ ਕਰਾਏ ਆ, ਸੋ ਦੈਟ ਵਿਲ ਲੀਡ ਟੂ ਇਨਕਰੀਜ਼ ਇਨ ਸ਼ੇਅਰ ਹੋਲਡਰਸ ਫੰਡਸ. ਸੋ ਸ਼ੇਅਰ ਹੋਲਡਰਸ ਫੰਡਸ ਤਾਂ ਸਾਡੇ ਕੁਇਕ ਐਸੈਟਸ ਜਾਂ ਕਰੰਟ ਲਾਇਬਿਲਿਟੀਜ਼ ਦਾ ਪਾਰਟ ਨਹੀਂ ਆ, ਬਟ ਇਹਦਾ ਇੰਪੈਕਟ ਕੀ ਪੈ ਰਿਹਾ ਕਿ ਸਾਡੀਆਂ ਕਰੰਟ ਲਾਇਬਿਲਿਟੀਜ਼ ਡਿਕਰੀਜ਼ ਹੋ ਰਹੀਆਂ ਨੇ 50,000 ਨਾਲ. ਸੋ ਕੁਇਕ ਐਸੈਟਸ ਤਾਂ 1 ਲੱਖ ਦੇ ਹੀ ਰਹਿਣਗੇ ਐਂਡ ਕਰੰਟ ਲਾਇਬਿਲਿਟੀਜ਼ 50,000 ਨਾਲ ਡਿਕਰੀਜ਼ ਹੋ ਕੇ ਕਿੰਨੇ ਦੀਆਂ ਹੋ ਗਈਆਂ 50,000. ਸੋ ਰੇਸ਼ੋ ਕਿੰਨੀ ਹੋ ਜੂਗੀ 2:1. ਸੋ ਰੇਸ਼ੋ ਸਾਡੀ ਕੀ ਕਰੂਗੀ ਇਸ ਕੇਸ 'ਚ ਇਨਕਰੀਜ਼, ਰਾਈਟ? ਸੋ ਪਹਿਲੇ ਕੇਸ 'ਚ ਰੇਸ਼ੋ ਚੇਂਜ ਨਹੀਂ ਹੋਊਗੀ ਐਂਡ ਦੂਸਰੇ ਕੇਸ 'ਚ ਰੇਸ਼ੋ ਇਨਕਰੀਜ਼ ਹੋ ਜੂਗੀ, ਠੀਕ? ਸੋ ਅਗੇਨ ਬੇਟੇ 32 ਕੁਐਸਚਨ 'ਚ ਵੀ ਸਾਨੂੰ ਕੁਇਕ ਰੇਸ਼ੋ ਗਿਵਨ ਆ ਐਂਡ ਅਸੀਂ ਇਹੀ ਦੱਸਣਾ ਕਿ ਵੈਦਰ ਬਿਕਾਜ਼ ਆਫ ਦੀ ਫੋਲੋਇੰਗ ਟ੍ਰਾਂਜੈਕਸ਼ਨ ਸਾਡੀ ਰੇਸ਼ੋ ਜੋ ਆ ਉਹ ਇਨਕਰੀਜ਼ ਡਿਕਰੀਜ਼ ਕਰੂਗੀ ਜਾਂ ਫਿਰ ਉਹਦੇ 'ਤੇ ਕੋਈ ਵੀ ਚੇਂਜ ਨਹੀਂ ਆਊਗਾ, ਰਾਈਟ? ਸੋ ਬੇਟੇ ਸਭ ਤੋਂ ਪਹਿਲਾਂ ਕੁਇਕ ਰੇਸ਼ੋ ਗਿਵਨ ਆ, ਸੋ ਆਪਾਂ ਅਜ਼ਿਊਮ ਕਰ ਲਾਂਗੇ ਕੁਇਕ ਐਸੈਟਸ ਐਂਡ ਕਰੰਟ ਲਾਇਬਿਲਿਟੀਜ਼ ਦੀ ਵੈਲਿਊ. ਸੋ ਕੁਇਕ ਰੇਸ਼ੋ ਇਜ਼ 0.8/1. ਸੋ ਆਪਾਂ ਅਜ਼ਿਊਮ ਕਰ ਰਹੇ ਹਾਂ ਕੁਇਕ ਐਸੈਟਸ 80,000 ਐਂਡ ਕਰੰਟ ਲਾਇਬਿਲਿਟੀਜ਼ 1 ਲੱਖ. ਸੋ ਫਰਸਟ ਟ੍ਰਾਂਜੈਕਸ਼ਨ ਕੀ ਆ? ਪਰਚੇਜ਼ ਆਫ ਲੂਜ਼ ਟੂਲਸ 2000. ਸੋ ਲੂਜ਼ ਟੂਲਸ ਜੋ ਨੇ ਉਹ ਇਨਵੈਂਟਰੀ ਦਾ ਪਾਰਟ ਹੁੰਦੇ ਆ, ਰਾਈਟ? ਐਂਡ ਕੁਇਕ ਐਸੈਟਸ ਦੇ ਕੇਸ 'ਚ ਤਾਂ ਆਪਾਂ ਇਨਵੈਂਟਰੀ ਇਨਕਲੂਡ ਹੀ ਨਹੀਂ ਕਰਦੇ. ਸੋ ਲੂਜ਼ ਟੂਲਸ ਪਰਚੇਜ਼ ਕੀਤੇ, ਇਨਵੈਂਟਰੀ ਇਨਕਰੀਜ਼ ਹੋਈ ਤਾਂ ਕੁਇਕ ਐਸੈਟਸ ਦਾ ਤਾਂ ਪਾਰਟ ਨਹੀਂ ਬਣੂਗੀ. ਇਨਫੈਕਟ ਬੇਟੇ ਸਾਡੀ ਕਰੰਟ ਰੇਸ਼ੋ 'ਚ ਵੀ ਆਪਾਂ ਲੂਜ਼ ਟੂਲਸ ਜੋ ਆ ਉਹ ਇਨਵੈਂਟਰੀ 'ਚੋਂ ਐਕਸਕਲੂਡ ਕਰਦੇ ਹੁੰਦੇ ਆ. ਸੋ ਜੇ ਇੱਥੇ ਕਰੰਟ ਐਸੈਟਸ ਵੀ ਹੁੰਦੇ ਤਾਂ ਵੀ ਲੂਜ਼ ਟੂਲਸ ਦਾ ਕੋਈ ਇੰਪੈਕਟ ਨਹੀਂ ਸੀ ਪੈਣਾ ਸਾਡੇ ਕਰੰਟ ਐਸੈਟਸ ਜਾਂ ਕੁਇਕ ਐਸੈਟਸ 'ਤੇ. ਬਟ ਅਗਰ ਅਸੀਂ ਪਰਚੇਜ਼ ਕੀਤੇ ਆ ਫॉर 2000, ਸੋ ਕੈਸ਼ 'ਚ ਪੇਮੈਂਟ ਕੀਤੀ ਹੋਊਗੀ, ਰਾਈਟ? ਸੋ ਕੈਸ਼ ਵਿਲ ਲੀਡ ਟੂ ਡਿਕਰੀਜ਼ ਇਨ ਕੁਇਕ ਐਸੈਟਸ, ਰਾਈਟ? ਅਗਰ ਅਸੀਂ ਕੈਸ਼ ਪੇਮੈਂਟ ਕੀਤੀ ਆ ਤਾਂ ਕੁਇਕ ਐਸੈਟਸ ਡਿਕਰੀਜ਼ ਹੋ ਜਾਣਗੇ. ਕਿੰਨੀ ਅਮਾਊਂਟ ਨਾਲ? 2000 ਨਾਲ. ਸੋ ਦਿਸ ਵਿਲ ਬੀ 72,000 ਓਵਰ 1 ਲੱਖ. ਸੋ ਸਾਡੀ ਰੇਸ਼ੋ ਜੋ ਆ 0.72:1 ਹੋ ਜਾਊਗੀ. ਸੋ ਰੇਸ਼ੋ ਕੀ ਕਰ ਰਹੀ ਆ? ਡਿਕਰੀਜ਼, ਰਾਈਟ?
So second part given are that insurance premium paid in advance 500. So prepaid expense and prepaid expense भी quick assets का part नहीं ਹੁੰਦਾ, but अगर advance जैसी पैसे pay किते तो definitely cash तो गया होगा ना. So अगर cash payment किती है तो quick assets decrease होए होंगे. So same as case 1. So this will also lead to decrease in quick ratio. So बेटा third part की हो रही है sale of goods on credit 3000. So अगर ਅਸੀਂ goods sell ਕੀਤੇ ਆ on credit ਤਾਂ ਇੱਕ ਤਾਂ ਸਾਡੇ goods decrease ਹੋ ਗਏ, but inventory ਤਾਂ quick assets ਦਾ part ਨਹੀਂ ਹੁੰਦੀ. But ਅਗਰ ਅਸੀਂ credit ਤੇ goods sell ਕੀਤੇ ਤਾਂ debtors ਵੀ increase ਹੋ ਜਾਣਗੇ, ਹੈ ਨਾ? So debtors increase ਹੋ ਰਿਹਾ means quick asset ਜੋ ਆ ਉਹ increase ਕਰੂਗਾ, right? So 80,000 ਤੋਂ quick assets ਕਿੰਨੇ ਦੇ ਹੋ ਜਾਣਗੇ 83,000 ਦੇ and current liabilities ਚ ਕੋਈ ਫਰਕ ਨਹੀਂ ਪੈ ਰਿਹਾ ਤਾਂ ratio ਕਿੰਨੀ ਹੋਗੀ 0.83:1. So ਇਸ case ਚ ਸਾਡੀ ratio ਜੋ ਆ ਉਹ increase ਕਰੂਗੀ, right? So next beta part 4 ਚ given ਆ honored bills payable 5,000 on maturity. So on maturity ਅਸੀਂ ਜੋ ਆ bills payable pay ਕਰਾਤਾ, right? So अगर ਅਸੀਂ bills payable pay कराया तो definitely cash decrease होया होगा and bills payable भी decrease होया होगा, means quick assets and current liabilities same amount नाल decrease कर रहे हैं, that is 5,000. So quick assets 75,000 ਦੇ ਹੋ ਜਾਣਗੇ and current liabilities 95,000 ਦੇ ਆ. So ratio कितनी बन चुकी 0.78 something. So this also leads to decrease in the ratio. ठीक बेटे. So bete is question ki given that Venus Limited's inventory is 3 lakh. So inventory given, total liquid assets given and quick ratio given, and ਅਸੀਂ current ratio calculate करनी है. So सब तो पहला we will use the formula of quick ratio and calculate the value of current liabilities. So quick ratio is liquid assets over current liabilities and quick ratio given 2:1 and liquid assets भी given questions, that is 12 lakh and इत्थों दी आपां current liability दी value calculate कर लांगे. Current liability will be 12 lakh divided by 2. So current liability सानू मिल गईयां 6 lakh दियां, right? So current assets हुंदे आ liquid assets plus inventories, right? क्योंकि देखो liquid assets calculate करदे सी तां current assets चों inventories minus कर दिंदे सी. हुण अगर असीं current assets calculate कर रहे हां तां liquid assets inventories plus करा दांगे, ठीक है? So ये हो जाऊगा 15 lakh. So हुण साडे कोले current assets and current liabilities दोनों दी value आ. We can determine the current ratio, that is current assets over current liabilities. Current assets are 15 lakh. Current liabilities are 6 lakh. And this will be 2.5:1. So this is question number 34. And in this question also we are supposed to calculate current ratio and given our total assets, fixed assets, capital employed, and there were no long-term investments. And नाल ही उन्होंने specify किया कि कोई भी long-term investments नहीं हैगियां, ठीक है? So total assets का formula की हुंदा वा total assets are non-current assets plus current assets. And अगर अपन non-current assets की गल करिए, so this comprises of fixed assets and non-current investments, right? So total assets की value given a questions, that is 11 lakh, and fixed assets भी given a, that is 5 lakh, and non-current investments नहीं हैगियां, so we will take 0. And इस information तो असी current assets की value determine करांगे. So that will be 11 lakh minus 5 lakh. So current assets किन्ने दे मिल गए सानू 6 lakh, right? On capital employed the formula की हुंदा वा total assets minus current liabilities. इत्थों दी current liabilities calculate कर लांगे. So capital employed is 10 lakh. Total assets are 11 lakh and current liabilities. So current liabilities will be 11 lakh minus 10 lakh, that is 1 lakh. On current ratio calculate कर लांगे. Current ratio is current assets over current liabilities.
Current assets are 6 lakh, current liabilities are 1 lakh. So answer कितना आ गया? 6:1. This is our final answer. So let us move to question number 35. So 35th च भी current ratio calculate करनी है. And given information is capital employed, fixed assets, current liabilities, and again इस question च भी specified है that there are no long-term investments. So first of all, capital employed the formula use करेंगे, that is total assets minus current liabilities, and this time we have the value of current liabilities and capital employed, and we will calculate the value of total assets. So capital employed is 20 lakh, total assets ਅਸੀਂ calculate करने ਆ, current liabilities are 2 lakh. So total assets किन्ने हो जाएंगे? 20 lakh plus 2 lakh. So total assets will be 22 lakh, right? Then bete total assets the formula use करेंगे, that is non-current assets plus current assets. So total assets are 22 lakh. Non-current assets, that will be fixed assets plus non-current investments. So non-current investments nil la, and fixed assets 14 lakh ਆ. So non-current assets 14 lakh ਦੇ ਹੋ ਗਏ. ਇੱਥੋਂ ਦੀ ਆਪਾਂ current assets ਦੀ value determine ਕਰ ਲਾਂਗੇ. That will be 22 lakh minus 14 lakh. So current assets किन्ने आ गए? 22 minus 14, that is 8 lakh. Now we will calculate the current ratio, because current liabilities the value तो already given सी ना question, that is 2 lakh, and current assets ਅਸੀਂ calculate कर ले. So current ratio is current assets over current liabilities. Current assets are 8 lakh, current liabilities are 2 lakh. So answer की आ गया 4:1. Okay. So बेटे question number 36 च ਅਸੀਂ current ratio भी calculate करनी है and quick ratio भी. So certain information given ਆ, ਇਹਦੇ basis ਤੇ ਆਪਾਂ current assets, current liabilities and quick assets determine ਕਰਾਂਗੇ. So total debt given ਆ, and total debt चो non-current liabilities minus करांगे. So non-current liabilities are long-term borrowings and long-term provisions, that is 8 lakh ना. So ਇੱਥੋਂ ਦੀ ਪਹਿਲਾਂ ਆਪਾਂ current liabilities calculate ਕਰ ਲਈਏ. So current liabilities will be total debt minus non-current liabilities. So total debt is 12 lakh. Non-current liabilities देखो, non-current liabilities ਦੇ ਅਸੀਂ ਇਹਨਾਂ ਦੋਨਾਂ ਨੂੰ add ਕਰ ਲਿਆ, that is 8 lakh. So current liabilities ਕਿੰਨੇ ਦੀਆਂ ਆ ਗਈਆਂ? 4 lakh ਦੀਆਂ, right? Then we have total assets. So total assets are 16 lakh, and then plant, property, equipment, non-current investments, long-term loans and advances, these are non-current assets. So current assets ਆਪਾਂ ਕਿਵੇਂ calculate ਕਰ ਲਾਂਗੇ? Total assets ਚੋਂ non-current assets minus ਕਰ ਦਾਂਗੇ, right? So total assets given are 16 lakh ਦੇ, and non-current assets किन्ने हो जाएंगे? 6 plus 1 7, 7 plus 1 8. So current assets किन्ने दे आ गए? 8 lakh दे. And ਅਸੀਂ liquid assets भी determine करने आ. Liquid assets are current assets minus inventories minus prepaid expenses, right? So current assets ਆਪਾਂ calculate कर चुके हैं 8 lakh. Inventories given a question 1,90,000. Prepaid expenses भी given ने 10,000. So calculate करोगे you will get 6 lakh. On current ratio is current assets over current liabilities. Current assets are 8 lakh, current liabilities are 4 lakh. So current ratio कितनी आ गई? 2:1. And quick ratio is quick assets over current liabilities. Quick assets or liquid assets are one and the same thing, that is 6 lakh, and current liabilities are 4 lakh. So this will be 1.5:1. So hence ਆਪਾਂ ਨੂੰ current ratio भी मिल गई and quick ratio भी मिल गई, right? So bete this is the last question of our liquidity ratios. So इस question च ਆਪਾਂ current ratio भी determine करनी है and liquid ratio भी.
So current ratio is current assets over current liabilities and R is ਸਾਡੇ current assets, ਇਹਨਾਂ ਨੂੰ add ਕਰ ਲਓ, you will get 1 lakh. So current ratio is current assets over current liabilities. Current assets का total हो गया 1 lakh and the current liabilities are the total of these values. So that will be 20,000. So hence current ratio कितनी मिल गई सानू 5:1. Same way liquid ratio determine कर लांगे. So that is liquid assets over current liabilities. So liquid assets are current assets minus inventory. So we will consider only these two current assets. So that is 50,000. So liquid assets are 50,000 and the current liabilities are 20,000. So we will get 2.5:1. So hence current ratio and liquid ratio दोनों ratios मिल गया and ਇਹਦੇ ਵਿੱਚ ਤਾਂ balance sheet बनी हुई सी सारियां information जो सीगी वो सानू directly given सी. So just ਅਸੀਂ values put ਕੀਤੀਆਂ formula च and we got our answers. Okay.